ਹੈਲੋ ਫਰੈਂਡਸ, ਟਾਰਗੇਟ 100 ਸਟੱਡੀ ਗਰੁੱਪ ਦੇ YouTube ਚੈਨਲ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਸਾਡੇ ਸ਼ਡਿਊਲਸ, ਕੌਂਸਟੀਟਿਊਸ਼ਨ ਦੇ ਜੋ ਸ਼ਡਿਊਲਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਯਾਦ ਕਰਨਾ ਅਤੇ ਉਹਨਾਂ ਨੂੰ ਅਸੀਂ ਡਿਟੇਲ 'ਚ ਡਿਸਕਸ ਕਰਨ ਜਾ ਰਹੇ ਹਾਂ। ਅੱਜ ਦਾ ਪਹਿਲਾ ਪਾਰਟ ਹੈ। ਨੈਕਸਟ ਪਾਰਟ ਦੇ ਵਿੱਚ ਅਸੀਂ ਪਾਰਟਸ ਆਫ ਕੌਂਸਟੀਟਿਊਸ਼ਨ ਡਿਸਕਸ ਕਰਾਂਗੇ। ਹੋਰ ਕੁਐਰੀਜ਼ ਦੇ ਲਈ ਤੁਸੀਂ ਸਾਨੂੰ ਸਾਡੇ ਇਸ ਮੋਬਾਈਲ ਨੰਬਰ ਦੇ ਉੱਤੇ ਕਾਲ ਜਾਂ ਮੈਸੇਜ ਕਰ ਸਕਦੇ ਹੋ ਅਤੇ ਹੋਰ ਵੀਡੀਓਜ਼ ਦੇ ਲਈ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਸਭ ਤੋਂ ਪਹਿਲਾਂ ਸਾਡੇ ਕੌਂਸਟੀਟਿਊਸ਼ਨ ਦੇ ਵਿੱਚ ਓਰੀਜਨਲੀ 8 ਸ਼ਡਿਊਲ ਸੀ। ਸ਼ਡਿਊਲਸ ਜਿਨ੍ਹਾਂ ਨੂੰ ਪੰਜਾਬੀ 'ਚ ਅਨੁਛੇਦ ਵੀ ਕਿਹਾ ਜਾਂਦਾ। ਸਟਾਰਟਿੰਗ ਦੇ ਵਿੱਚ ਇਹ 8 ਸ਼ਡਿਊਲ ਸੀ ਜਦੋਂ ਸਾਡਾ ਕੌਂਸਟੀਟਿਊਸ਼ਨ ਅਨਫੋਰਸ ਹੋਇਆ ਸੀ, ਲਾਗੂ ਹੋਇਆ ਸੀ। ਬਟ ਆਫਟਰ ਦੈਟ ਕੁਛ ਨਾ ਕੁਛ ਅਮੈਂਡਮੈਂਟਸ ਹੋਈਆਂ ਤਾਂ ਹੁਣ ਕਰੰਟਲੀ ਦੇਅਰ ਆਰ 12 ਸ਼ਡਿਊਲਸ। ਤਾਂ ਇਹ ਇੱਕ ਸ਼ਡਿਊਲਸ ਦੀ ਲਿਸਟ ਹੈ, ਠੀਕ ਹੈ। ਇਹਨੂੰ ਪਾਊਜ਼ ਕਰਕੇ ਇੱਕ ਵਾਰ ਦੇਖ ਲਿਓ। ਅਸੀਂ 1 ਬਾਏ 1 ਸ਼ਡਿਊਲਸ ਨੂੰ ਅੱਗੇ ਡਿਸਕਸ ਕਰਾਂਗੇ ਅਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਕਿਸ ਤਰ੍ਹਾਂ ਯਾਦ ਕਰਨਾ ਉਹ ਇੱਕ ਅਸੀਂ ਟ੍ਰਿਕ ਵੀ ਦੇਖਾਂਗੇ। ਫਸਟ ਸ਼ਡਿਊਲ ਦੋਸਤੋ, ਜੋ ਫਸਟ ਸ਼ਡਿਊਲ ਹੈ ਸਾਡਾ ਉਹ ਹੈ ਨੇਮ ਆਫ ਦਾ ਸਟੇਟਸ ਐਂਡ ਦੇਅਰ ਟੈਰੀਟੋਰੀਅਲ jurisdiction and name of the UTs and their extent। ਤਾਂ ਸਾਡੀ ਕੰਟਰੀ ਦੇ ਵਿੱਚ, ਸਾਡੇ ਦੇਸ਼ ਦੇ ਕਿਹੜੀਆਂ ਸਟੇਟਸ ਨੇ, ਉਹਨਾਂ ਦੇ ਕੀ ਨਾਮ ਨੇ ਅਤੇ ਉਹਨਾਂ ਦੀ ਟੈਰੀਟੋਰੀਅਲ ਮਤਲਬ ਜ਼ਮੀਨੀ ਜਿਹੜੀ ਜੂਰਿਸਡਿਕਸ਼ਨ ਆ ਉਹ ਕਿੱਥੋਂ ਤੱਕ ਦੀ ਹੋਏਗੀ, ਠੀਕ ਹੈ ਜੀ। ਅਤੇ ਨੇਮ ਆਫ ਦਾ UTs ਐਂਡ ਦੇਅਰ ਐਕਸਟੈਂਟ, ਅਤੇ ਸਾਡੀਆਂ ਜਿਹੜੀਆਂ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਦਾ ਐਕਸਟੈਂਟ, ਉਹਨਾਂ ਦਾ ਫੈਲਾਅ ਜਿਹੜਾ ਉਹ ਕਿੱਥੇ ਤੱਕ ਹੋਵੇਗਾ। ਤਾਂ ਇਹ ਚੀਜ਼ ਫਸਟ ਸ਼ਡਿਊਲ 'ਚ ਆ ਜਾਂਦੀ ਹੈ। ਆਰਟੀਕਲ 1 to ਆਰਟੀਕਲ 4 ਇਹਦੇ ਨਾਲ ਡੀਲ ਕਰਦੇ ਨੇ, ਠੀਕ ਹੈ, ਫਸਟ ਸ਼ਡਿਊਲ ਦੇ ਨਾਲ। ਅਤੇ ਕਰੰਟਲੀ ਸਾਡੇ 28 ਸਟੇਟਸ ਨੇ ਅਤੇ 9 UTs ਨੇ। ਰੀਸੈਂਟਲੀ ਤੁਹਾਨੂੰ ਪਤਾ ਹੋਊਗਾ ਵੀ ਜੋ ਜੰਮੂ ਕਸ਼ਮੀਰ ਇੱਕ ਸਟੇਟ ਸੀ ਸਾਡੀ, ਉਹਨੂੰ ਡਿਵਾਈਡ ਕਰਕੇ ਹੁਣ ਦੋ UTs ਡਿਵਾਈਡ ਕਰ ਦਿੱਤਾ ਗਿਆ, ਜੰਮੂ ਐਂਡ ਕਸ਼ਮੀਰ ਐਂਡ ਲਦਾਖ। ਤਾਂ ਸਟੇਟਸ ਸਾਡੀਆਂ ਪਹਿਲਾਂ 29 ਸੀ, ਹੁਣ 28 ਹੋ ਗਈਆਂ ਨੇ ਅਤੇ UTs 2 ਪਲੱਸ ਹੋ ਕੇ 9 UTs ਹੋ ਗਈਆਂ ਨੇ। ਨੈਕਸਟ ਹੈਗਾ ਜੀ ਸੈਕਿੰਡ ਸ਼ਡਿਊਲ। ਸੈਕਿੰਡ ਸ਼ਡਿਊਲ ਸਾਡਾ ਡਿਸਕਸ ਕਰਦਾ ਐਮੋਲੂਮੈਂਟਸ, ਅਲਾਊਂਸਿਸ ਐਂਡ ਪ੍ਰਿਵਿਲੇਜਿਸ, ਠੀਕ ਹੈ। ਇਹ ਕਿਹਨਾਂ ਦੇ ਐਮੋਲੂਮੈਂਟਸ ਹੁੰਦਾ ਬੇਸਿਕਲੀ ਸੈਲਰੀਜ਼, ਕਿਹਨਾਂ ਦੀਆਂ ਸੈਲਰੀਜ਼ ਨਾਲ ਇਹ ਡੀਲ ਕਰਦਾ। ਤਾਂ ਇੱਥੇ ਨਹੀਂ ਲਿਖਿਆ ਬਟ ਤੁਸੀਂ 1 ਬਾਏ 1 ਨੋਟ ਕਰ ਲਓ, ਤੁਹਾਨੂੰ ਈਜ਼ੀ ਮੈਥਡ ਨਾਲ ਦੱਸਦੇ ਹਾਂ, ਠੀਕ ਹੈ ਜੀ। ਸੈਲਰੀਜ਼ ਕਿਹਨਾਂ ਦੀਆਂ ਸੈਲਰੀਜ਼ ਨੇ ਸੈਕਿੰਡ ਸ਼ਡਿਊਲ ਦੇ ਵਿੱਚ। ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਆਫ ਇੰਡੀਆ ਫਸਟ ਥਿੰਗ, ਅਤੇ ਪ੍ਰੈਜ਼ੀਡੈਂਟ ਦੇ ਨਾਲ ਹੀ ਗਵਰਨਰ ਆਫ ਦਾ ਸਟੇਟ। ਪ੍ਰੈਜ਼ੀਡੈਂਟ ਹੁੰਦਾ ਸਟੇਟ 'ਚ, ਕੌਣ ਹੁੰਦਾ? ਗਵਰਨਰ ਹੁੰਦਾ, ਠੀਕ ਹੈ। 2 ਜੀ। ਨੈਕਸਟ ਵਨ ਸਪੀਕਰ ਐਂਡ ਡਿਪਟੀ ਸਪੀਕਰ ਆਫ ਦਾ ਲੋਕ ਸਭਾ, ਠੀਕ ਹੈ। ਥਰਡ ਵਨ। ਫੋਰਥ ਵਨ ਸਪੀਕਰ ਐਂਡ ਡਿਪਟੀ ਸਪੀਕਰ ਆਫ ਦਾ ਸਟੇਟ ਲੈਜਿਸਲੇਚਰ, ਠੀਕ ਹੈ, ਜਾਂ ਲੈਜਿਸਲੇਟਿਵ ਅਸੈਂਬਲੀ। ਲੈਜਿਸਲੇਟਿਵ ਅਸੈਂਬਲੀ ਸਪੀਕਰ ਅਤੇ ਡਿਪਟੀ ਸਪੀਕਰ ਹੁੰਦੇ ਨੇ। ਇਸੇ ਤਰ੍ਹਾਂ ਸਪੀਕਰ ਅਤੇ ਡਿਪਟੀ ਸਪੀਕਰ ਹੁੰਦੇ ਆ ਲੋਕ ਸਭਾ 'ਚ, ਠੀਕ ਹੈ। ਤਾਂ ਸਪੀਕਰ ਐਂਡ ਡਿਪਟੀ ਸਪੀਕਰ ਆਫ ਦਾ ਲੋਕ ਸਭਾ ਐਂਡ ਸਪੀਕਰ ਐਂਡ ਡਿਪਟੀ ਸਪੀਕਰ ਆਫ ਦਾ ਲੈਜਿਸਲੇਟਿਵ ਅਸੈਂਬਲੀ ਆਫ ਦਾ ਸਟੇਟ, ਠੀਕ ਹੈ ਜੀ। ਨੈਕਸਟ ਆ ਗਿਆ ਚੇਅਰਮੈਨ ਐਂਡ ਡਿਪਟੀ ਚੇਅਰਮੈਨ ਆਫ ਦਾ ਰਾਜ ਸਭਾ ਐਂਡ ਚੇਅਰਮੈਨ ਐਂਡ ਡਿਪਟੀ ਚੇਅਰਮੈਨ ਆਫ ਦਾ ਲੈਜਿਸਲੇਟਿਵ ਕਾਊਂਸਲਸ। ਰਾਜ ਸਭਾ ਹੁੰਦੀ ਹੈ ਯੂਨੀਅਨ 'ਚ ਅਤੇ ਲੈਜਿਸਲੇਟਿਵ ਕਾਊਂਸਲਸ ਹੁੰਦੀਆਂ ਨੇ ਸਟੇਟਸ ਦੇ ਵਿੱਚ। ਤਾਂ 8 ਹੋ ਗਏ ਜੀ, ਠੀਕ ਹੈ, ਸੌਰੀ 6 ਹੋ ਗਏ। ਤਾਂ ਨੈਕਸਟ ਆ ਗਿਆ ਜੀ ਜੱਜਿਸ ਆਫ ਦਾ ਸੁਪਰੀਮ ਕੋਰਟ ਅਤੇ ਜੱਜਿਸ ਆਫ ਦਾ ਹਾਈ ਕੋਰਟ, ਇਹਨਾਂ ਦੀਆਂ ਸੈਲਰੀਜ਼, ਠੀਕ ਹੈ। ਅਤੇ ਲਾਸਟ ਵਨ ਆ ਗਿਆ ਜੀ ਗਾਰਡੀਅਨ ਆਫ ਦਾ ਪਰਸ, ਕੌਣ ਹੈ? ਕੈਗ, ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ। ਤਾਂ ਕੈਗ ਦੀ ਜਿਹੜੀ ਸੈਲਰੀ ਆ ਉਹ ਵੀ ਸੈਕਿੰਡ ਸ਼ਡਿਊਲ ਦੇ ਅਕੋਰਡਿੰਗ ਹੀ ਡਿਸਾਈਡ ਹੁੰਦੀ ਹੈ, ਠੀਕ ਹੈ ਜੀ। ਇਹਦੇ ਸੈਕਿੰਡ ਸ਼ਡਿਊਲ ਦੇ ਵਿੱਚ ਟੋਟਲ 9 ਜੋ ਲੋਕ ਦੱਸਿਆ, ਮਤਲਬ 9 ਕੈਟਾਗਰੀਜ਼ ਦੱਸੀਆਂ ਗਈਆਂ ਨੇ ਜਿਨ੍ਹਾਂ ਦੀ ਇਹ ਸੈਲਰੀਜ਼ ਇਹਦੇ ਵਿੱਚ ਆਉਂਦੀਆਂ ਨੇ। ਨੈਕਸਟ ਆ ਗਿਆ ਜੀ ਥਰਡ ਸ਼ਡਿਊਲ। ਥਰਡ ਸ਼ਡਿਊਲ ਦੇ ਵਿੱਚ ਆ ਜਾਂਦਾ ਜੀ ਫਾਰਮਸ ਆਫ ਓਥਸ ਔਰ ਐਫਰਮੇਸ਼ਨ, ਜਿਹੜੀ ਸਹੁੰ ਖਾਂਦੇ ਨੇ ਉਹ, ਠੀਕ ਹੈ। ਸੰਵਿਧਾਨ ਦੇ ਨਾਂ 'ਤੇ ਜੋ ਸਹੁੰ ਖਾਧੀ ਜਾਂਦੀ ਹੈ ਉਹ ਓਥਸ, ਉਹ ਥਰਡ ਸ਼ਡਿਊਲ ਦੇ ਵਿੱਚ ਰੱਖੀਆਂ ਜਾਂਦੀਆਂ ਨੇ। ਇਹਦੇ ਵਿੱਚ ਕੌਣ ਆ ਜਾਂਦੇ ਨੇ ਇਹ ਵੀ ਆਪਾਂ ਬੜੇ ਈਜ਼ੀ ਮੈਥਡ ਨਾਲ ਕਰ ਦਿੰਦੇ ਹਾਂ, ਸੈਂਟਰ ਅਤੇ ਸਟੇਟ ਨਾਲ ਮਿਲਾ ਕੇ। ਸੈਂਟਰ 'ਚ ਕੌਣ ਹੁੰਦੇ ਆ? ਯੂਨੀਅਨ ਮਿਨਿਸਟਰਸ, ਅਤੇ ਸਟੇਟ 'ਚ ਕੌਣ ਹੁੰਦੇ ਆ? ਸਟੇਟ ਮਿਨਿਸਟਰਸ। ਤਾਂ ਪਹਿਲਾਂ
ਕਿਹਨਾਂ ਦੀਆਂ oaths ਆ ਗਈਆਂ, यूनियन मिनिस्टर्स ਦੀਆਂ। ਸੈਕੰਡ ਕਿਹਦੀਆਂ ਆ ਗਈਆਂ, स्टेट मिनिस्टर्स ਦੀਆਂ। थर्ड कौन आ गया जी, थर्ड आ गया द कैंडीडेट फॉर इलैक्शन टू द पार्लीमेंट, ठीक है। इस तरह फोर्थ आ गया द कैंडीडेट फॉर इलैक्शन टू द स्टेट लेजिस्लेचर। फिफ्थ आ गया मैंबर ऑफ द पार्लीमेंट। सिक्स्थ आ गया द मैंबर ऑफ द स्टेट लेजिस्लेचर। सेवनथ आ गया द जज ऑफ द सुप्रीम कोर्ट। एट्थ आ गया द जज ऑफ द हाई कोर्ट। ये सारे नोट डाउन कर लेने। ये 8 कैटेगरीज आ जांदियां ने जिन्हां दियां ओथ्स शेड्यूल दे विच पाईयां गईयां ने। नैक्सट वन फोर्थ शेड्यूल की आ जाता है। फोर्थ शेड्यूल आ जाता जी एलोकेशन ऑफ सीट्स इन राज्य सभा टू स्टेट्स एंड यूटीज़। जिमें कि तुसीं एक चीज़ जानते होंगे कि लोक सभा ਲਈ इलैक्शन जो इलैक्शन होंदी है साडी लोक सभा ਲਈ ਹੁੰਦੀ है। राज्य सभा ਦੇ ਲਈ कदे भी डायरैक्ट इलैक्शन नहीं होंदी। राज्य सभा की एक परमानेंट बॉडी है, कदे भी डिजोल्व नहीं होंदी। राज्य सभा के मैंबरस ਨੂੰ कौन इलैक्ट करता है, साडे MLAs ने ਜਿਹੜੇ, ठीक है, ਲੈਜਿਸਲੇਟਿਵ ਅਸੈਂਬਲੀਜ਼ ਤੋਂ ਗਏ ਨੇ, ਉਹੀ ਇਹਨਾਂ ਨੂੰ ਇੱਕ ਸਿੰਗਲ ਟਰਾਂਸਫੇਰੇਬਲ ਵੋਟ ਨਾਲ ਇਲੈਕਟ ਕਰਦੇ ਨੇ। ਤਾਂ ਉਹ ਇੱਕ ਅਲੱਗ ਪ੍ਰੋਸੈਸ ਹੁੰਦਾ ਜਿਹਦੇ ਨਾਲ ਉਹ ਚੁਣੇ ਜਾਂਦੇ ਨੇ। ਪਰ ਹੁਣ ਇਹਦੇ 'ਚ ਕੀ ਹੈ, ਹਰੇਕ ਸਟੇਟ ਨੂੰ ਕੁਛ ਰਾਜ ਸਭਾ ਦੀਆਂ ਸੀਟਸ ਦੀ ਐਲੋਕੇਸ਼ਨ ਕੀਤੀ ਹੁੰਦੀ ਹੈ, ਹਰੇਕ ਯੂਟੀਜ਼ ਨੂੰ ਕੀਤੀ ਹੁੰਦੀ ਹੈ। ਜਿਵੇਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 13 ਸੀਟਸ ਨੇ, ਰਾਜ ਸਭਾ ਦੀਆਂ 7 ਸੀਟਸ ਨੇ, ਠੀਕ ਹੈ। ਤਾਂ ਪੋਪੂਲੇਸ਼ਨ ਵਾਈਜ਼ MLAs ਵਾਈਜ਼ ਉਹ ਐਲੋਕੇਟ ਕੀਤੀਆਂ ਹੁੰਦੀਆਂ ਨੇ। ਉਹ ਜਿਹੜੀ ਐਲੋਕੇਸ਼ਨ ਹੈ, ਠੀਕ ਹੈ, ਰਾਜ ਸਭਾ ਦੇ ਵਿੱਚ ਉਸ ਐਲੋਕੇਸ਼ਨ ऑफ द सीट्स इन द राज्य सभा टू द स्टेट्स एंड यूटीज़ वो आउंदियां ने फोर्थ शेड्यूल दे विच। करंटली एक चीज़ होर ऐड कर दिंदे आ, राज्य सभा दे विच सारे टोटल सीट्स ने 250, ठीक है जी, जिहदे विचों करंटली 245 ऑपरेशनल ने, ठीक है, जिहदे चों 233 ते इलैक्शन हुंदी है, मतलब चाहे वो इंडायरैक्टली हुंदी है सिंगल ट्रांसफरेबल वोट राहीं, प्लस जिहड़े 12 ने ਉਹ ਨੋਮੀਨੇਟ ਕੀਤੇ ਜਾਂਦੇ ਨੇ ਪ੍ਰੈਜ਼ੀਡੈਂਟ ਦੁਆਰਾ। ਆਰਟਸ, ਸਾਇੰਸ, ਸੋਸ਼ਲ ਸਰਵਿਸ ਜਾਂ ਲਿਟਰੇਚਰ ਦੇ ਬੇਸ 'ਤੇ ਪ੍ਰੈਜ਼ੀਡੈਂਟ ਨੋਮੀਨੇਟ ਕਰ ਸਕਦਾ ਕੁਛ ਪਰਸਨਸ ਨੂੰ ਰਾਜ ਸਭਾ ਦੇ ਵਿੱਚ। ਤਾਂ ਰਾਜ ਸਭਾ ਇੱਕ ਪਰਮਾਨੈਂਟ ਬਾਡੀ ਹੈ ਅਤੇ ਉਹਦੇ 'ਚ ਐਲੋਕੇਸ਼ਨ ਜਿਹੜੀ ਹੁੰਦੀ ਆ ਉਹ ਫੋਰਥ ਸ਼ਡਿਊਲ ਰਾਹੀਂ ਹੁੰਦੀ ਹੈ, ਠੀਕ ਹੈ ਸਰ। ਨੈਕਸਟ ਫਿਫਥ ਸ਼ਡਿਊਲ, ਪੰਜਵੇਂ ਸ਼ਡਿਊਲ ਦੇ ਵਿੱਚ ਕੀ ਹੈ ਜੀ, ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਸ਼ਡਿਊਲ ਏਰੀਆਜ਼ ਐਂਡ ਸ਼ਡਿਊਲ ਟਰਾਈਬਸ। ਹੁਣ ਸਾਡੇ ਇੰਡੀਆ ਦੇ ਕੁਛ ਨਾ ਕੁਛ ਇਹੋ ਜਿਹੇ ਏਰੀਆਜ਼ ਨੇ ਜਿੱਥੇ ਜਾਣਾ ਪ੍ਰੋਹਿਬਿਟਡ ਹੈ, ਜਿੱਥੇ ਉਹ ਮਤਲਬ ਕੁਛ ਆਦੀਵਾਸੀ ਰਹਿੰਦੇ ਆ ਜਾਂ ਉਹਨਾਂ ਲੋਕਾਂ ਦਾ ਏਰੀਆ ਜੋ ਸ਼ਡਿਊਲਡ ਉਹਨਾਂ ਲਈ ਹੀ ਰੱਖਿਆ ਗਿਆ ਤਾਂ ਕਿ ਉਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਦਾ ਹਨਨ ਨਾ ਹੋਵੇ। ਹਾਲਾਂਕਿ ਸਾਡੇ ਰਾਈਟ ਟੂ ਇਕੁਅਲਿਟੀ, ਰਾਈਟ ਟੂ ਫਰੀਡਮ ਹੈ, ਠੀਕ ਹੈ, ਵੀ ਅਸੀਂ ਕਿਤੇ ਵੀ ਆ ਜਾ ਸਕਦੇ ਹਾਂ, ਬਟ ਕੁਛ ਏਰੀਏ ਦੇ ਵਿੱਚ ਪ੍ਰੋਹਿਬਿਸ਼ਨ ਰੱਖੀ ਗਈ ਹੈ ਵੀ ਉਹ ਏਰੀਆ ਸਿਰਫ ਉਹਨਾਂ ਲਈ ਹੀ ਰਾਖਵੇਂ ਨੇ, ਉੱਥੇ ਆਮ ਲੋਕ ਨਹੀਂ ਆ ਜਾ ਸਕਦੇ। ਤਾਂ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਅਤੇ ਕੰਟਰੋਲ ਉਹੋ ਜਿਹੇ ਏਰੀਆਜ਼ ਜੋ ਸ਼ਡਿਊਲਡ ਏਰੀਆਜ਼ ਅਤੇ ਸ਼ਡਿਊਲ ਟਰਾਈਬ ਨੇ ਉਹਨਾਂ ਨੂੰ ਰੱਖਿਆ ਗਿਆ ਜੀ ਫਿਫਥ ਸ਼ਡਿਊਲ ਦੇ ਵਿੱਚ। ਨੈਕਸਟ ਸਿਕਸਥ ਸ਼ਡਿਊਲ, ਐਡਮਿਨਿਸਟ੍ਰੇਸ਼ਨ ਆਫ ਟਰਾਈਬਲ ਏਰੀਆ ਇਨ ਦਾ ਸਟੇਟਸ ATMM। ATMM ਕੀ ਹੈ ਜੀ, ਅਸਾਮ, ਤ੍ਰਿਪੁਰਾ, ਮੇਘਾਲਿਆ ਅਤੇ ਮਿਜ਼ੋਰਮ, ਇਹ ਸਟੇਟਸ ਦੇ ਜਿਹੜੇ ਟਰਾਈਬਲ ਏਰੀਆਜ਼ ਦੀ ਐਡਮਿਨਿਸਟ੍ਰੇਸ਼ਨ ਹੈ ਉਹ ਰੱਖੀ ਗਈ ਹੈ ਸਿਕਸਥ ਸ਼ਡਿਊਲ ਦੇ ਵਿੱਚ, ਠੀਕ ਹੈ ਜੀ। ਨੈਕਸਟ ਆ ਗਿਆ ਸੈਵਨਥ ਸ਼ਡਿਊਲ। ਸੈਵਨਥ ਸ਼ਡਿਊਲ ਬੇਸਿਕਲੀ ਫੈਡਰਲ ਸਟਰਕਚਰ ਨਾਲ ਡੀਲ ਕਰਦਾ। ਫੈਡਰਲ ਸਟਰਕਚਰ ਸੰਘੀ ਢਾਂਚਾ ਕੀ ਹੈ, ਡਿਵੀਜ਼ਨ ਆਫ ਪਾਵਰਸ ਬਿਟਵੀਨ ਸੈਂਟਰ ਐਂਡ ਸਟੇਟਸ। ਤੇ ਹੁਣ ਸਾਡੇ ਉੱਪਰ ਸੈਂਟਰ ਹੈ, ਨੀਚੇ ਸਟੇਟਸ 'ਚ ਡਿਵਾਈਡ ਕੀਤਾ ਗਿਆ। ਕੁਛ ਪਾਵਰ ਸੈਂਟਰ ਕੋਲ ਨੇ, ਕੁਛ ਸਟੇਟਸ ਕੋਲ ਹੈ, ਕੁਛ ਉਹ ਦੋਨੋਂ ਰਲ ਕੇ ਦੇਖਦੇ ਨੇ। ਤਾਂ ਉਸ ਤਰ੍ਹਾਂ ਉਹ ਤਿੰਨੋਂ ਜੋ ਸਟਰਕਚਰ ਆ ਉਹਨਾਂ ਦੇ ਪਾਵਰਸ ਨੂੰ ਡਿਵਾਈਡ ਕੀਤਾ ਗਿਆ, ਉਸ ਸੰਘੀ ਢਾਂਚੇ ਨੂੰ ਸੈਵਨਥ ਸ਼ਡਿਊਲ ਦੇ ਵਿੱਚ ਰੱਖਿਆ ਗਿਆ। ਬੇਸਿਕਲੀ ਸਾਡੇ 3 ਲਿਸਟ ਨੇਗੀਆਂ, ਸੈਂਟਰ ਲਿਸਟ, ਸਟੇਟ ਲਿਸਟ ਅਤੇ ਕੌਨਕਰੈਂਟ ਲਿਸਟ। ਸੈਂਟਰ ਲਿਸਟ ਕਿਹੜੀਆਂ ਨੇ, ਜਿਹਦੇ ਜਿਹੜੇ ਮੈਟਰਸ ਨੇ, ਜਿਹੜੇ ਸਬਜੈਕਟਸ ਨੇ ਜਿਨ੍ਹਾਂ ਨੂੰ ਸੈਂਟਰ ਡੀਲ ਕਰਦਾ, ਜਿਵੇਂ ਸਾਡਾ ਕਮਿਊਨੀਕੇਸ਼ਨ ਹੈ, ਸਾਡੇ ਆਪਣੇ ਐਕਸਟਰਨਲ ਅਫੇਅਰਸ ਨੇ, ਸਾਡੀ ਡਿਫੈਂਸ ਹੈ, ਇਹ ਸੈਂਟਰ ਦੇਖਦਾ, ਠੀਕ ਹੈ। ਇਹਦੇ ਵਿੱਚ ਅਰਾਊਂਡ 97 ਸਬਜੈਕਟਸ ਨੇ ਕਰੰਟਲੀ, ਠੀਕ ਹੈ। ਤਾਂ ਉਹ ਰੱਖੇ ਗਏ ਨੇ ਸੈਂਟਰ ਲਿਸਟ ਦੇ ਵਿੱਚ। ਨੈਕਸਟ ਆ ਗਿਆ ਸਟੇਟ ਲਿਸਟ। ਸਟੇਟ ਲਿਸਟ ਦੇ ਵਿੱਚ ਜਿਨ੍ਹਾਂ ਨੂੰ ਸਟੇਟ ਹੀ ਦੇਖਦੀ ਹੈ, ਜਿਵੇਂ ਪੁਲਿਸ ਹੈ ਉਹਨਾਂ ਨੂੰ ਸਟੇਟ ਦੇਖੇਗੀ, ਐਗਰੀਕਲਚਰ ਹੈ ਉਹਨੂੰ ਸਟੇਟ ਦੇਖੇਗੀ। ਤਾਂ ਉਹ ਸਟੇਟ ਲਿਸਟ ਦੇ ਵਿੱਚ ਜਿਹੜੇ ਸਬਜੈਕਟ ਰੱਖੇ ਗਏ ਨੇ ਅਰਾਊਂਡ 66 ਸਬਜੈਕਟਸ ਨੇ ਕਰੰਟਲੀ, ਉਹ ਸਟੇਟ ਸਬਜੈਕਟ ਦੇ ਵਿੱਚ ਆਉਂਦੇ ਆ। ਅਤੇ ਕਰੰਟ ਲਿਸਟ, ਕੌਨਕਰੈਂਟ ਲਿਸਟ, ਕੌਨਕਰੈਂਟ ਲਿਸਟਸ ਕਿਹੜੀਆਂ ਹੁੰਦੀਆਂ ਜਿਨ੍ਹਾਂ ਨੂੰ ਸਟੇਟ ਅਤੇ ਸੈਂਟਰ ਰਲ ਕੇ ਦੇਖਦੇ ਨੇ, ਜਿਵੇਂ ਕਿ ਸਾਡੇ ਫੋਰੈਸਟ ਨੇ, ਸਾਡੇ ਜੰਗਲ ਆ ਗਏ, ਸਾਡੀ ਐਜੂਕੇਸ਼ਨ ਆ ਗਈ, ਠੀਕ ਹੈ, ਉਹਦੇ ਪਾਲਿਸੀਜ਼ ਬਣਦੀਆਂ ਨੇ ਜੋ ਉਹ ਦੋਨੋਂ ਰਲ ਕੇ ਦੇਖਦੇ ਨੇ। ਇਹਦੇ ਵਿੱਚ 45 ਸਬਜੈਕਟਸ ਆ ਜਾਂਦੇ, ਠੀਕ ਹੈ ਜੀ। ਇਸ ਤੋਂ ਇਲਾਵਾ ਇੱਕ ਰੈਜੀਡਿਊਰੀ ਪਾਵਰਸ ਹੁੰਦੀਆਂ ਨੇ। ਰੈਜੀਡਿਊਰੀ ਪਾਵਰਸ ਮਤਲਬ ਜਿਹੜੀਆਂ ਤਿੰਨਾਂ ਤੋਂ ਇਲਾਵਾ ਸੈਂਟਰ ਲਿਸਟ, ਸਟੇਟ ਲਿਸਟ ਅਤੇ ਕੌਨਕਰੈਂਟ ਲਿਸਟ ਤੋਂ ਇਲਾਵਾ ਜੋ ਬਚੀਆਂ ਖੁਚੀਆਂ ਸਬਜੈਕਟ ਨੇ, ਠੀਕ ਹੈ, ਉਹ ਕਿਹੜੇ ਹੁੰਦੇ ਆ, ਰੈਜੀਡਿਊਰੀ ਸਬਜੈਕਟਸ ਹੈ ਰੈਜੀਡਿਊਰੀ ਲਿਸਟ 'ਚ। ਅਤੇ ਉਹ ਰੈਜੀਡਿਊਰੀ ਨੂੰ ਡਿਸਾਈਡ ਕੌਣ ਕਰੇਗਾ ਵੀ ਇਹ ਬਾਕੀ ਰੈਜੀਡਿਊਰੀ ਹੈ, ਇਹਨੂੰ ਡਿਸਾਈਡ ਕਰਦਾ ਜੀ ਸੁਪਰੀਮ ਕੋਰਟ, ਠੀਕ ਹੈ।
बट इन्हां दी पावर जिहड़ी हुंदी है पावर वैसटेड इन सेंटर। मतलब गल समझण दी है भी ਜਿਹੜਾ ਇਹਨਾਂ ਨੂੰ ਡਿਸਾਈਡ ਕਰੇਗਾ ਵੀ ਬਾਕੀ ਇਹ ਤਿੰਨਾਂ ਲਿਸਟ ਦੇ ਵਿੱਚ ਨਹੀਂ ਹੈ, ਠੀਕ ਹੈ। ਸੈਂਟਰ, ਸਟੇਟ ਤੇ ਕੌਨਕਰੈਂਟ ਨੂੰ ਛੱਡ ਕੇ ਤੀਜੀ ਅਲੱਗ ਚੀਜ਼ ਹੈ, ਚੌਥੀ ਚੀਜ਼ ਹੈ ਇਹ ਤਾਂ ਰੈਜੀਡਿਊਰੀ ਆ, ਉਹ ਡਿਸਾਈਡ ਕਰੇਗਾ ਸੁਪਰੀਮ ਕੋਰਟ। ਬਟ ਇਹਦੇ 'ਤੇ ਲਾਅ ਬਣਾਉਣ ਦਾ ਅਧਿਕਾਰ ਕਿਹਨੂੰ ਹੋਏਗਾ? ਸੈਂਟਰ ਨੂੰ, ਠੀਕ ਹੈ ਜੀ। 7 ਸ਼ਡਿਊਲ ਅਸੀਂ ਡਿਸਕਸ ਕਰ ਲਏ। ਨੈਕਸਟ ਆ ਗਿਆ ਜੀ 8th ਸ਼ਡਿਊਲ। 8th ਸ਼ਡਿਊਲ ਸਾਡੀ ਇੰਡੀਆ ਨੇਸ਼ਨ ਦੇ ਓਫੀਸ਼ੀਅਲ ਲੈਂਗੁਏਜਿਸ ਨੂੰ ਡਿਸਕਸ ਕਰਦਾ ਵੀ ਸਾਡੇ ਓਫੀਸ਼ੀਅਲ ਲੈਂਗੁਏਜਿਸ ਕਿੰਨੀਆਂ ਹੋਣਗੀਆਂ। ਕਰੰਟਲੀ ਦੇयर ਆਰ 22 ਓਫੀਸ਼ੀਅਲ ਲੈਂਗੁਏਜਿਸ। ਹੁਣ ਇਹ 22 ਓਫੀਸ਼ੀਅਲ ਲੈਂਗੁਏਜਿਸ ਨੇ, ਪਰ ਜਦੋਂ ਸਾਡਾ ਜਿਹੜਾ ਕੌਂਸਟੀਟਿਊਸ਼ਨ ਆ ਉਹ ਅਨਫੋਰਸ ਹੋਇਆ ਸੀ ਤਾਂ ਉਦੋਂ 14 ਲੈਂਗੁਏਜਿਸ ਸੀਗੀਆਂ ਅਤੇ ਉਸ ਤੋਂ ਬਾਅਦ ਇਹ 8 ਲੈਂਗੁਏਜਿਸ ਹੋਰ ਐਡ ਹੋਈਆਂ ਨੇ, ਉਹ ਤੁਸੀਂ ਨੋਟ ਡਾਊਨ ਕਰ ਲਓ, ਮੈਂ ਬੋਲਦਾ। ਫਸਟ ਲੈਂਗੁਏਜ ਮਤਲਬ 15th ਲੈਂਗੁਏਜ ਜੋ ਐਡ ਹੋਈ ਸੀ ਉਹ ਸੀ ਸਿੰਧੀ, 21st ਅਮੈਂਡਮੈਂਟ 1967। ਉਸ ਤੋਂ ਬਾਅਦ 71st ਅਮੈਂਡਮੈਂਟ 1992, ਉਹਦੇ ਰਾਹੀਂ 3 ਲੈਂਗੁਏਜਿਸ ਹੋਰ ਐਡ ਹੋਈਆਂ ਸੀ। ਮਤਲਬ 15 ਪਹਿਲਾਂ ਸੀ, 3 ਐਡ ਹੋ ਕੇ 18 ਹੋ ਗਈਆਂ ਸੀ। ਇਹ 3 ਲੈਂਗੁਏਜ ਸੀ ਕੋਂਕਣੀ, ਮਣੀਪੁਰੀ ਅਤੇ ਨੇਪਾਲੀ, ਠੀਕ ਹੈ ਜੀ। 18 ਹੋ ਗਈਆਂ। ਨੈਕਸਟ 4 ਲੈਂਗੁਏਜਿਸ ਹੋਰ ਐਡ ਹੋਈਆਂ ਸੀ 92nd ਅਮੈਂਡਮੈਂਟ 2003 ਦੇ ਵਿੱਚ, ਠੀਕ ਹੈ। ਇਹ ਸੀ BDMS, ਇਹਨਾਂ ਨੂੰ ਯਾਦ ਰੱਖ ਲਿਓ, ਬੋਡੋ, ਡੋਗਰੀ, ਮੈਥਾਲੀ ਅਤੇ ਸੈਂਥਾਲੀ। ਸੋ ਕਰੰਟਲੀ ਦੇयर ਆਰ 22 ਲੈਂਗੁਏਜਿਸ, ਠੀਕ ਹੈ। ਇਹਨਾਂ ਨੂੰ 8th ਸ਼ਡਿਊਲ 'ਚ ਰੱਖਿਆ ਗਿਆ। ਨੈਕਸਟ ਆ ਜਾਂਦਾ ਜੀ 9th ਸ਼ਡਿਊਲ। 9th ਸ਼ਡਿਊਲ ਬੇਸਿਕਲੀ ਹੁਣ ਸਿਨੈਰੀਓ ਸਮਝਣ ਦੀ ਲੋੜ ਹੈ। 9th ਸ਼ਡਿਊਲ ਬਹੁਤ ਜਲਦੀ ਸਿਰਫ ਕੌਂਸਟੀਟਿਊਸ਼ਨ ਦੇ ਵਿਦਿਨ ਈਅਰ ਫਸਟ ਅਮੈਂਡਮੈਂਟ 1951 ਰਾਹੀਂ ਐਡ ਕਰ ਦਿੱਤਾ ਗਿਆ ਸੀ, ਆਰਟੀਕਲ 31 ਵੀ ਇਨਸਰਟ ਕਰਕੇ। ਤਾਂ ਉਦੋਂ ਕੀ ਹੋ ਰਿਹਾ ਸੀ? ਉਦੋਂ ਮਤਲਬ ਲੈਂਡ ਰਿਫਾਰਮਸ ਦਾ ਸਮਾਂ ਚੱਲ ਰਿਹਾ ਸੀ, ਜ਼ਿਮੀਂਦਾਰੀ ਸਿਸਟਮ ਚੱਲ ਰਿਹਾ ਸੀ ਪਹਿਲਾਂ, ਜੋ ਮਤਲਬ ਇੱਕ ਜ਼ਿਮੀਂਦਾਰਾਂ ਕੋਲ ਵੱਡੇ ਵੱਡੇ ਖੇਤ ਸੀਗੇ, ਉਹਨੂੰ ਅਬੋਲਿਸ਼ ਕਰਨ ਲੱਗ ਰਹੀ ਸੀ ਸੈਂਟਰ, ਠੀਕ ਹੈ। ਬਟ ਉਸ ਦੇ ਨਾਲ ਨਾਲ ਇੱਕ ਰਾਈਟ ਟੂ ਪ੍ਰੋਪਰਟੀ ਵੀ ਉਸ ਤਰ੍ਹਾਂ ਉਸ ਟਾਈਮ ਇੱਕ ਫੰਡਾਮੈਂਟਲ ਰਾਈਟ ਸੀ ਜੋ ਹੁਣ ਅਬੋਲਿਸ਼ ਕਰ ਦਿੱਤਾ ਗਿਆ, ਠੀਕ ਹੈ। ਤਾਂ ਉਹ ਰਾਈਟ ਦੇ ਕਰਕੇ ਸਰਕਾਰ ਨੂੰ ਕੀ ਸੀ ਵੀ ਜੇ ਅਸੀਂ ਜ਼ਿਮੀਂਦਾਰੀ ਸਿਸਟਮ ਅਬੋਲਿਸ਼ ਕਰ ਰਹੇ ਹਾਂ ਤਾਂ ਕਿ ਇੱਦਾਂ ਨਾ ਹੋਵੇ ਕਿ ਕੱਲ੍ਹ ਨੂੰ ਉਹ ਬੰਦਾ ਕੋਰਟ 'ਚ ਖੜ੍ਹ ਜੇ ਵੀ ਸਾਡੇ ਰਾਈਟਸ ਦਾ ਹਨਨ ਹੋ ਰਿਹਾ, ਤਾਂ ਅਸੀਂ ਜ਼ਮੀਨਦਾਰੀ ਸਿਸਟਮ ਅਬੋਲਿਸ਼ ਹੀ ਨਾ ਕਰ ਸਕੀਏ ਅਤੇ ਲੋਕਾਂ 'ਚ ਪ੍ਰੋਪਰ ਲੈਂਡ ਦੀ ਡਿਸਟਰੀਬਿਊਸ਼ਨ ਹੋ ਹੀ ਨਾ ਸਕੇ। ਤਾਂ ਉਹ ਲੈਂਡ ਰਿਫਾਰਮਸ ਦੇ ਵਿੱਚ ਬੜਾ ਅੜਿੱਕਾ ਸੀ। ਤਾਂ ਕੀ ਹੋਇਆ ਕਿ 9th ਸ਼ਡਿਊਲ ਐਡ ਕੀਤਾ ਗਿਆ, ਜਿਹਦੇ 'ਚ ਕੁਝ ਐਕਟਸ ਐਂਡ ਰੈਗੂਲੇਸ਼ਨਸ ਐਡ ਕੀਤੇ ਗਏ ਵੀ ਜਿਨ੍ਹਾਂ ਨੂੰ ਮਤਲਬ ਕਿ ਜੁਡੀਸ਼ੀਅਲੀ ਵਿਊ ਨਹੀਂ ਕੀਤਾ ਜਾ ਸਕਦਾ ਸੀ। ਉਹਦੇ 'ਚ ਪਹਿਲਾਂ 13 ਪ੍ਰੋਵੀਜ਼ਨਸ ਉਹਦੇ 'ਚ ਪਾਈਆਂ ਗਈਆਂ ਸੀ ਲੈਂਡਸ ਦੇ ਨਾਲ ਰਿਲੇਟਡ, ਪਰ ਕਰੰਟਲੀ ਦੇयर ਆਰ 284 ਪ੍ਰੋਵੀਜ਼ਨਸ ਇਨ ਦੈਟ, ਠੀਕ ਹੈ। ਤਾਂ ਬਟ ਇਸ ਤੋਂ ਬਾਅਦ ਹੁਣ ਤਾਂ 2007 ਦੇ ਵਿੱਚ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆ ਗਈ ਸੀ ਕਿ ਜਿਹੜੀਆਂ ਇਹਦੀਆਂ ਪ੍ਰੋਵੀਜ਼ਨਸ ਮਤਲਬ 9th ਸ਼ਡਿਊਲ ਹੈ, ਮਤਲਬ ਇਹ ਵੀ ਜੁਡੀਸ਼ੀਅਲ ਰਿਵਿਊ ਦਾ ਹਿੱਸਾ ਹੈ। ਮਤਲਬ ਇਹਦੇ ਵਿੱਚ ਜਿਹੜੀਆਂ ਪ੍ਰੋਵੀਜ਼ਨਸ ਨੇ ਉਹ 1973 24th of April 1973 ਨੂੰ ਇੱਕ ਲੈਂਡਮਾਰਕ ਜੱਜਮੈਂਟ ਆਈ ਸੀ ਕੇਸ਼ਵਨੰਦਾ ਭਾਰਤੀ ਕੇਸ ਦੇ ਵਿੱਚ ਵੀ ਉਸ ਤੋਂ ਬਾਅਦ ਵਾਲੀਆਂ ਜੋ ਵੀ ਪ੍ਰੋਵੀਜ਼ਨਸ ਐਡ ਹੋਈਆਂ ਨੇ ਤਾਂ ਉਹ ਜੁਡੀਸ਼ੀਅਲ ਰਿਵਿਊ ਦਾ ਹਿੱਸਾ ਨੇ, ਮਤਲਬ ਉਹਨਾਂ ਨੂੰ ਜੁਡੀਸ਼ਰੀ ਦੇਖ ਸਕਦੀ ਹੈ, ਪਹਿਲਾਂ ਨਹੀਂ ਦੇਖ ਸਕਦੀ ਸੀ, ਠੀਕ ਹੈ। ਉਹਦੇ ਬਾਰੇ ਅਸੀਂ ਕੇਸਿਸ ਦੇ ਬਾਰੇ ਨਾ ਇੱਕ ਡਿਟੇਲ 'ਚ ਇੱਕ ਵੀਡੀਓ ਬਣਾਵਾਂਗੇ, ਸਾਰੇ ਕੇਸਿਸ ਜੋ ਲੈਂਡਮਾਰਕ ਜੱਜਮੈਂਟਸ ਸਾਡੇ ਹੋਈਆਂ ਨੇ, ਉਹਦੇ 'ਚ ਤੁਹਾਨੂੰ ਕੇਸ਼ਵਨੰਦਾ ਭਾਰਤੀ ਬਾਰੇ ਹੋਰ ਡਿਟੇਲ 'ਚ ਮਿਲੇਗਾ ਸਿੱਖਣ ਲਈ, ਠੀਕ ਹੈ। ਨੈਕਸਟ 10th ਸ਼ਡਿਊਲ। 10th ਸ਼ਡਿਊਲ ਹੈ ਜੀ ਐਂਟੀ ਡਿਫੈਕਸ਼ਨ ਲਾ। ਇਹ ਐਡ ਕੀਤਾ ਗਿਆ ਸੀ 52nd ਅਮੈਂਡਮੈਂਟ 1985 ਰਾਹੀਂ। ਐਂਟੀ ਡਿਫੈਕਸ਼ਨ ਲਾ ਬੇਸਿਕਲੀ ਕੀ ਹੈ? ਕੋਈ ਬੰਦਾ ਕਿਸੇ ਇੱਕ ਪਾਰਟੀ ਤੋਂ ਜਿੱਤਿਆ, ਠੀਕ ਹੈ ਜੀ, ਬਟ ਜਦੋਂ ਵੋਟਿੰਗ ਦਾ ਕਈ ਵਾਰੀ ਮਤਲਬ ਕਿਸੇ ਨਾ ਕਿਸੇ ਲਾਜ਼ 'ਤੇ ਵੋਟ ਪੈਂਦੀ ਹੈ ਉੱਥੇ ਆਪਣੇ ਪਾਰਲੀਮੈਂਟ ਜਾਂ ਸਟੇਟ ਲੈਜਿਸਲੇਚਰ ਦੇ ਵਿੱਚ, ਤਾਂ ਉਹ ਐਂਟੀ ਵੋਟ ਕਰ ਦੇਵੇ, ਠੀਕ ਹੈ। ਕਿ ਵਿਪ ਜਾਰੀ ਹੁੰਦਾ ਕਿਸੇ ਵਿਪ ਮਤਲਬ ਇੱਕ ਜਾਰੀ ਹੁੰਦਾ ਗਾ ਪਾਰਲੀਮੈਂਟ 'ਚ ਵੀ ਇੱਕ ਪਾਰਟੀ ਦੁਆਰਾ ਇੱਕ ਮੈਂਬਰ ਦੁਆਰਾ ਜੋ ਵਿਪ ਚੁਣਿਆ ਜਾਂਦਾ ਉਹ ਦੁਆਰਾ ਜਾਰੀ ਕੀਤਾ ਜਾਂਦਾ ਕਿ ਅਸੀਂ ਇਸ ਚੀਜ਼ ਲਈ ਵੋਟ ਕਰ ਰਹੇ ਹਾਂ, ਪਰ ਉਹ ਉਹਦੇ ਅਪੋਜ਼ ਕਰਦਾ ਜਾਂ ਉਹ ਆਪਣੀ ਪਾਰਟੀ ਛੱਡ ਕੇ ਦੂਸਰੀ ਪਾਰਟੀ ਜੁਆਇਨ ਕਰ ਲੈਂਦਾ ਹੈ ਜੇ MLA, ਠੀਕ ਹੈ। ਤਾਂ ਉਸ ਦੇ ਲਈ ਇਹ ਬਣਾਇਆ ਗਿਆ ਸੀ ਇਨਸਟੇਬਿਲਿਟੀ ਨੂੰ ਹੈਂਡਲ ਕਰਨ ਦੇ ਲਈ। ਹਾਲਾਂਕਿ ਅੱਜ ਵੀ ਇਹ ਚੀਜ਼ਾਂ ਚੱਲੀਆਂ ਆ ਰਹੀਆਂ ਨੇ, ਪਰ ਉਸ ਚੀਜ਼ ਨੂੰ ਰੋਕਣ ਲਈ ਐਂਟੀ ਡਿਫੈਕਸ਼ਨ ਲਾਅ ਬਣਾਇਆ ਗਿਆ ਸੀ ਔਨ ਦਾ ਗਰਾਊਂਡ ਆਫ ਡਿਸਕੁਆਲੀਫਿਕੇਸ਼ਨ, ਠੀਕ ਹੈ। 52nd ਅਮੈਂਡਮੈਂਟ 1985 ਰਾਹੀਂ ਐਡ ਕੀਤਾ ਗਿਆ ਵੀ ਜੇ ਕੋਈ ਇੱਕ ਬੰਦਾ ਪਾਰਟੀ ਛੱਡ ਕੇ ਦੂਸਰੇ ਚਲਾ ਜਾਂਦਾ ਜਾਂ ਇਸ ਤਰ੍ਹਾਂ ਆਪੋਜ਼ਿਟ ਵੋਟਿੰਗ ਕ੍ਰਾਸ ਵੋਟਿੰਗ ਕਰਦਾ ਤਾਂ ਉਹ ਪਾਰਟੀ ਕੋਲ ਅਧਿਕਾਰ ਹੈ ਕਿ ਉਹਦਾ ਜਿਹੜਾ MLA-ਸ਼ਿਪ ਆ ਜਾਂ MP-ਸ਼ਿਪ ਆ ਉਹਨੂੰ ਮਤਲਬ ਡਿਸਕੁਆਲੀਫਾਈ ਕਰਾਉਣ ਦੀ ਉਹਨੂੰ ਪਾਰਲੀਮੈਂਟ ਜਾਂ ਸਟੇਟ ਲੈਜਿਸਲੇਚਰ ਦੇ ਵਿੱਚ, ਠੀਕ ਹੈ ਜੀ। ਨੈਕਸਟ ਆ ਗਿਆ ਜੀ 11th ਸ਼ਡਿਊਲ। 11th ਸ਼ਡਿਊਲ ਨਾਲ ਕੀ ਸੀਗਾ? ਇਹ 73rd ਅਮੈਂਡਮੈਂਟ 1992 ਨਾਲ ਇਹ ਜਿਹੜਾ ਐਡ ਕੀਤਾ ਗਿਆ ਸੀ। ਇਹਦੇ 'ਚ ਕੀ ਸੀ? ਕੌਂਸਟੀਟਿਊਸ਼ਨਲ ਪਾਵਰ ਦਿੱਤੀ ਗਈ ਸੀ ਸਾਡੀਆਂ ਪੰਚਾਇਤਸ ਨੂੰ।
ਪੰਚਾਇਤ ਨੂੰ ਪਾਵਰ, ਅਥਾਰਟੀਜ਼ ਐਂਡ ਰਿਸਪੌਂਸੀਬਿਲਿਟੀਜ਼ ਆਫ ਪੰਚਾਇਤ। ਹਾਲਾਂਕਿ ਪੰਚਾਇਤ ਤਾਂ ਪਹਿਲਾਂ ਵੀ ਸੀ, ਪਰ ਇਹਦੇ 'ਚ ਕੌਂਸਟੀਟਿਊਸ਼ਨਲ ਸਟੇਟਸ ਦੇ ਦਿੱਤਾ ਗਿਆ ਸੀ ਉਹਨਾਂ ਨੂੰ, ਮਤਲਬ 73rd ਅਮੈਂਡਮੈਂਟ ਨਾਲ ਐਡ ਕਰ ਦਿੱਤਾ ਗਿਆ ਸੀ। ਤੇ ਇਹਦੇ ਨਾਲ ਜੋ ਆਰਟੀਕਲ ਡੀਲ ਕਰਦਾ ਉਹ ਹੈਗਾ 243W 243G ਸੌਰੀ। ਨੈਕਸਟ ਆਈ 12th ਸ਼ਡਿਊਲ। 12th ਸ਼ਡਿਊਲ ਇਸੇ ਤਰ੍ਹਾਂ ਜਿਵੇਂ ਪੰਚਾਇਤ ਸਾਈਡ ਕੀਤੀਆਂ ਸੀਗੀਆਂ, ਉਸੇ ਤਰ੍ਹਾਂ ਮਿਊਨਿਸਪੈਲਿਟੀਜ਼ ਨੂੰ ਵੀ ਕੌਂਸਟੀਟਿਊਸ਼ਨਲ ਸਟੇਟਸ ਦਿੱਤਾ ਗਿਆ ਸੀ। ਪੰਚਾਇਤਾਂ ਪਿੰਡਾਂ 'ਚ ਹੁੰਦੀਆਂ, ਮਿਊਨਿਸਪੈਲਿਟੀਜ਼ ਸ਼ਹਿਰਾਂ ਦੇ ਵਿੱਚ ਹੁੰਦੀਆਂ। ਤਾਂ 74th ਅਮੈਂਡਮੈਂਟ ਐਕਟ ਸੀ 1992, ਉਹਦੇ ਨਾਲ ਅਥਾਰਟੀਜ਼, ਪਾਵਰਸ, ਅਥਾਰਟੀਜ਼ ਐਂਡ ਰਿਸਪੌਂਸੀਬਿਲਿਟੀਜ਼ ਆਫ ਮਿਊਨਿਸਪੈਲਿਟੀਜ਼ ਡਿਸਾਈਡ ਕੀਤੀਆਂ ਗਈਆਂ ਸੀ। ਤਾਂ ਇਹਦੇ ਨਾਲ 243W ਜੋ ਆਰਟੀਕਲ ਆ ਉਹ ਡੀਲ ਕਰਦਾ। ਤਾਂ ਹੁਣ ਨੈਕਸਟ ਅਸੀਂ ਇੱਕ ਸ਼ਾਰਟ ਟ੍ਰਿਕ ਦੇਖ ਲੈਂਦੇ ਹਾਂ। ਹੁਣ ਅਸੀਂ 12th ਸ਼ਡਿਊਲ 1 ਬਾਏ 1 ਡਿਸਕਸ ਕਰ ਲਏ, ਤਾਂ ਹੁਣ ਇਹਨੂੰ ਅਸੀਂ 1 ਬਾਏ 1 ਇੱਦਾਂ ਯਾਦ ਕਿਵੇਂ ਰੱਖੀਏ, ਉਹਦੇ ਲਈ ਇੱਕ ਸ਼ਾਰਟ ਟ੍ਰਿਕ ਹੈ, ਟੀਅਰਸ ਆਫ ਓਲਡ PM। ਟੀ ਡੀਲ ਕਰਦਾ ਟੈਰੀਟਰੀਜ਼ ਨਾਲ। ਆਪਾਂ ਸਟੇਟਸ ਐਂਡ ਟੈਰੀਟਰੀਜ਼ ਦੀ ਗੱਲ ਕਰੀ ਹੈ, ਟੀ ਟੈਰੀਟਰੀਜ਼। ਐਮੋਲੂਮੈਂਟਸ, ਆਪਾਂ ਸੈਲਰੀਜ਼ ਦੀ ਗੱਲ ਕਰੀ ਸੀ, ਐਮੋਲੂਮੈਂਟਸ। ਇਹ ਐਫਰਮੇਸ਼ਨ, ਆਪਾਂ ਓਥ ਤੇ ਐਫਰਮੇਸ਼ਨ ਦੀ ਗੱਲ ਕੀਤੀ ਹੈ। ਰਾਜ ਸਭਾ ਦੀ ਐਲੋਕੇਸ਼ਨ ਸੀਟਸ ਦੀ ਗੱਲ ਕੀਤੀ ਹੈ। ਐਸ ਸ਼ਡਿਊਲਡ ਏਰੀਆਜ਼, ਠੀਕ ਹੈ। ਨੈਕਸਟ ਅਦਰ ਸ਼ਡਿਊਲਡ ਏਰੀਆ ਜਿਹੜੇ ATMM, ਠੀਕ ਹੈ, ਅਸਾਮ, ਤ੍ਰਿਪੁਰਾ, ਮੇਘਾਲਿਆ ਤੇ ਮਿਜ਼ੋਰਮ ਦੀ ਗੱਲ ਕੀਤੀ ਹੈ। F ਫॉर ਫੈਡਰਲ, ਡਿਵੀਜ਼ਨ ਆਫ ਦਾ ਪਾਵਰ ਬਿਟਵੀਨ ਦਾ ਯੂਨੀਅਨ ਐਂਡ ਦਾ ਸਟੇਟ। ਅਫੀਸ਼ੀਅਲ ਲੈਂਗੁਏजेस 22 ਅਫੀਸ਼ੀਅਲ ਲੈਂਗੁਏजेस, ਆਰਟੀਕਲ 343 ਐਂਡ 351 ਇਹਦੇ ਨਾਲ ਡੀਲ ਕਰਦੇ ਆ। L ਫॉर ਲੈਂਡ ਰਿਫਾਰਮਸ, ਜਿਵੇਂ ਉਸ ਟਾਈਮ ਲੈਂਡ ਰਿਫਾਰਮਸ ਆਈ ਸੀ ਤਾਂ ਉਹਦੇ ਬੇਸ ਤੇ ਫਸਟ ਅਮੈਂਡਮੈਂਟ ਹੋਈ ਸੀ, ਠੀਕ ਹੈ। ਇਹਦੇ ਨਾਲ ਡੀਲ ਕਰਦਾ 9th ਸ਼ਡਿਊਲ। 10th ਸ਼ਡਿਊਲ D ਤੇ ਡਿਫੈਕਸ਼ਨ ਮੀਨਸ ਜੋ ਪਾਰਟੀ ਕ੍ਰੋਸਿੰਗ ਹੁੰਦੀ ਹੈ, ਐਂਟੀ ਡਿਫੈਕਸ਼ਨ ਲਾਅ, ਠੀਕ ਹੈ। P ਤੇ ਪੰਚਾਇਤ, ਠੀਕ ਹੈ। M ਤੇ ਮਿਊਨਿਸਪੈਲਿਟੀਜ਼। ਤਾਂ ਤੁਸੀਂ ਇਹਨੂੰ ਸ਼ਾਰਟ ਟ੍ਰਿਕ ਨਾਲ ਯਾਦ ਕਰ ਸਕਦੇ ਹੋ ਅਤੇ ਇਹਨੂੰ ਪ੍ਰੋਪਰ ਇਕੱਲੇ ਨੂੰ ਡਿਟੇਲ 'ਚ ਵੀ ਦੇਖ ਸਕਦੇ ਹੋ, ਜੋ ਕਿ ਤੁਹਾਡੇ ਲਈ ਅੱਗੇ ਤੁਹਾਡੇ ਐਗਜ਼ਾਮਸ ਜੋ ਵੀ ਸਟੇਟ ਦੇ ਜਾਂ PPSC UPSC ਦੇ ਜੋ ਐਗਜ਼ਾਮਸ ਹੋਣੇ ਉਹਦੇ ਲਈ ਬੜੇ ਹੀ ਬੈਨੀਫੀਸ਼ੀਅਲ ਹੋਣੇ। ਤਾਂ ਦੋਸਤੋ, ਥੈਂਕਸ ਫॉर ਵਾਚਿੰਗ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ ਅਸੀਂ ਅੱਗੇ ਹੋਰ ਪੋਲਿਟੀ, ਜਿਓਗ੍ਰਾਫੀ, ਸਾਇੰਸ ਇਹਦੇ ਨਾਲ ਰਿਲੇਟਡ ਹੋਰ ਕਾਫੀ ਵੀਡੀਓਜ਼ ਲੈ ਕੇ ਆ ਰਹੇ ਹਾਂ। ਤਾਂ ਪਲੀਜ਼ ਡੋਂਟ ਫॉरगेट ਟੂ ਸਬਸਕ੍ਰਾਈਬ ਐਂਡ press the bell icon as well. Thank you very much.